हाय एवरीवन, सत श्री अकाल जी सारिਆਂ ਨੂੰ। स्वागत है जी ਤੁਹਾਡਾ ਸਾਰਿਆਂ ਦਾ पंजाब एग्जाम्स यूट्यूब चैनल ਤੇ। सो ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਕੈਂਡੀਡੇਟਸ ਲਈ ਹੈ ਜੋ ਅਧਿਆਪਕ ਦੀ ਭਰਤੀ ਦਾ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਤੇ ਫਾਈਨਲੀ ਜੀ ਪੰਜਾਬ ਸਰਕਾਰ ਵੱਲੋਂ ਈਟੀਟੀ ਅਧਿਆਪਕਾਂ ਦੀਆਂ ਅਸਾਮੀਆਂ ਜੋ ਨੇ ਉਹਨਾਂ ਦਾ ਨੋਟਿਸ ਕੱਢ ਦਿੱਤਾ ਗਿਆ ਹੈ ਤੇ ਅਸਾਮੀਆਂ ਦੀ ਗਿਣਤੀ ਜੋ ਹੈ ਜੀ ਉਹ ਵੀ ਕਾਫੀ ਜ਼ਿਆਦਾ ਹੈ। 6635 ਦੇ ਕਰੀਬ ਅਸਾਮੀਆਂ ਨੇ ਤੇ ਇਸ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਇਹ ਅਸਾਮੀਆਂ ਜੋ ਨੇ ਐਕਚੁਅਲ ਦੇ ਵਿੱਚ ਕਿੱਥੇ ਕੱਢੀਆਂ ਗਈਆਂ ਨੇ, ਯਾਨੀ ਕਿ ਪੂਰੇ ਪੰਜਾਬ ਦੇ ਵਿੱਚ ਅਸਾਮੀਆਂ ਨੇ ਜਾਂ ਫਿਰ ਕੁਝ ਸਪੈਸੀਫਾਈਡ ਏਰੀਆਜ਼ ਦੇ ਲਈ ਅਸਾਮੀਆਂ ਕੱਢੀਆਂ ਗਈਆਂ ਨੇ ਤੇ ਉਸ ਬਾਰੇ ਗੱਲ ਕਰਾਂਗੇ। ਤੇ ਦੂਸਰੀ ਗੱਲ ਜੀ, ਵਿਦਿਅਕ ਯੋਗਤਾ ਦੇ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਪਿਛਲੀ ਭਰਤੀ ਨਾਲੋਂ, ਸੋ ਉਹ ਵੀ ਡਿਸਕਸ ਕਰਾਂਗੇ। ਤੇ ਉਮਰ ਹੱਦ ਕਿੰਨੀ ਹੋਣੀ ਚਾਹੀਦੀ ਹੈ ਤੇ ਉਸ ਦੇ ਨਾਲ ਹੀ ਹੋਰ ਜੋ ਜ਼ਰੂਰੀ ਯੋਗਤਾਵਾਂ ਜੋ ਨੇ ਉਹ ਕੀ ਰੱਖੀਆਂ ਗਈਆਂ ਨੇ ਤੇ ਅਪਲਾਈ ਮਿਤੀ ਕਦੋਂ ਤੋਂ, ਮਤਲਬ ਇੱਦਾਂ ਹੀ ਜੋ ਤੁਸੀਂ ਐਪਲੀਕੇਸ਼ਨ ਪ੍ਰੋਸੈਸ ਹੈ ਜਦੋਂ ਸਟਾਰਟ ਹੋਏਗਾ ਤੇ ਕਦੋਂ ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਤੇ ਉਸ ਤੋਂ ਇਲਾਵਾ ਜੀ ਇਹਦਾ ਐਗਜ਼ਾਮ ਤੇ ਇਹਦੀ ਸਿਲੈਕਸ਼ਨ ਵਗੈਰਾ ਜੋ ਹੈ ਉਹ ਕਿੱਦਾਂ ਹੋਊਗੀ ਤੇ ਸਾਰੀ ਡਿਟੇਲ ਦੇ ਵਿੱਚ ਗੱਲ ਕਰਾਂਗੇ। ਸੋ ਵੀਡੀਓ ਦੇ ਅੰਤ ਤੱਕ ਜ਼ਰੂਰ ਬਣੇ ਰਹੋ। ਤੇ ਦੂਸਰੀ ਗੱਲ, ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੀ ਜੋ ਜਾਣਕਾਰੀ ਹੈ ਨਾਲ ਦੀ ਨਾਲ ਮਿਲਦੀ ਰਹੇ। ਜਿਵੇਂ ਤੁਹਾਨੂੰ ਪਤਾ ਹੀ ਹੈ, ਪੰਜਾਬ ਦੇ ਵਿੱਚ ਅਧਿਆਪਕਾਂ ਦੀ ਭਰਤੀ ਜੋ ਹੈ ਉਹ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਕੀਤੀ ਜਾਂਦੀ ਹੈ। ਸੋ ਜੀ ਇਹ ਵਾਲਾ ਜੋ ਇਹਦੀ ਅਫੀਸ਼ੀਅਲ ਸਾਈਟ ਹੈ educationrecruitmentboard.com, ਉੱਥੇ ਤੁਸੀਂ ਜਾ ਕੇ ਇਹਨਾਂ ਦਾ ਨੋਟਿਸ ਵਗੈਰਾ ਚੈੱਕ ਕਰ ਸਕਦੇ ਹੋ। ਅਫੀਸ਼ੀਅਲ ਸਾਈਟ ਹੈ ਇਹਨਾਂ ਦੀ ਤੇ ਤੁਸੀਂ ਅਗਰ ਦੇਖੋ ਤਾਂ ਜੀ ਇਹ ਨੋਟਿਸ ਜੋ ਹੈ ਕੱਲ੍ਹ ਜਾਰੀ ਹੋਇਆ ਤੇ ਇਹਦੇ ਉੱਪਰ ਬਹੁਤ ਹੀ ਕਲੀਅਰਲੀ ਮੈਂਸ਼ਨ ਕੀਤਾ ਹੋਇਆ ਪੋਸਟਸ ਆਫ ਟੀਚਰ ਇਨ ਡਿਸਐਡਵਾਂਟੇਜ ਏਰੀਆ, ਭਾਵ ਕਿ ਉਹ ਵਾਲਾ ਏਰੀਆ ਜੋ ਕਿ ਬਾਰਡਰ ਏਰੀਆ ਦੇ ਅਧੀਨ ਆਉਂਦਾ ਹੈ ਉਹਨੂੰ ਆਪਾਂ ਡਿਸਐਡਵਾਂਟੇਜ ਜਾਂ ਫਿਰ ਜਿਵੇਂ ਪਛੜਿਆ ਹੋਇਆ ਏਰੀਆ ਵੀ ਤੁਸੀਂ ਕਹਿ ਸਕਦੇ ਹੋ, ਕਿਉਂਕਿ ਡਿਸਐਡਵਾਂਟੇਜ ਵਰਡ ਯੂਜ਼ ਕੀਤਾ ਇਹਨਾਂ ਨੇ। ਪਿਛਲੀ ਵਾਰੀ ਇੱਥੇ ਸਾਫ਼-ਸਾਫ਼ ਬਾਰਡਰ ਕੈਡਰ ਲਿਖਿਆ ਸੀ, ਬਾਰਡਰ ਏਰੀਆ ਲਿਖਿਆ ਹੋਇਆ ਸੀ, ਸੋ ਇਸ ਵਾਰੀ ਇਹਨਾਂ ਨੇ ਡਿਸਐਡਵਾਂਟੇਜ ਏਰੀਆ ਦਿੱਤਾ ਕਿਉਂਕਿ ਇਹ ਐਕਟ ਜੋ ਹੈ ਜੀ ਇਹ ਨਵਾਂ ਬਣਿਆ 2021 ਦਾ। ਸੋ ਇਸ ਕਰਕੇ ਜੋ ਹੈ ਡਿਸਐਡਵਾਂਟੇਜ ਏਰੀਆ ਦੇ ਵਾਸਤੇ ਇਹ ਸਾਰੀਆਂ ਜੋ ਅਸਾਮੀਆਂ ਨੇ ਤੁਹਾਡੀਆਂ ਆਈਆਂ ਨੇ ਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ DPI ਪੰਜਾਬ ਦੇ ਮੀਮੋ ਨੰਬਰ ਜੋ ਵੀ ਇਹਨਾਂ ਨੇ ਦਿੱਤਾ ਹੋਇਆ ETT ਕਾਡਰ ਦੀਆਂ 6635 ਅਸਾਮੀਆਂ ਨੂੰ ਭਰਨ ਸੰਬੰਧੀ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਔਨਲਾਈਨ ਦਰਖਾਸਤਾਂ ਦੀ ਮੰਗ ਮਿਤੀ 3 ਅਗਸਤ ਤੋਂ 18 ਅਗਸਤ ਤੱਕ ਕੀਤੀ ਜਾਂਦੀ ਹੈ। ਤਾਂ ਜੀ ਸਿਰਫ 15 ਦਿਨ ਨੇ ਅਪਲਾਈ ਕਰਨ ਦੇ ਵਾਸਤੇ ਤੇ 3 ਅਗਸਤ ਤੋਂ ਇਹਦੀ ਜੋ ਐਪਲੀਕੇਸ਼ਨ ਦਾ ਪ੍ਰੋਸੈਸ ਹੈ ਉਹ ਸਟਾਰਟ ਹੋਣ ਜਾ ਰਿਹਾ ਹੈ। ਤੇ ਅਗਰ ਆਪਾਂ ਕੈਟੇਗਰੀ ਵਾਈਜ਼ ਅਸਾਮੀਆਂ ਦੀ ਵੰਡ ਵੇਖੀਏ ਤਾਂ ਜਨਰਲ ਦੀਆਂ ਅਸਾਮੀਆਂ ਕਾਫੀ ਜ਼ਿਆਦਾ ਨੇ ਤੇ ਇਸ ਵਾਰੀ ਇਹਨਾਂ ਨੇ ਔਰਤਾਂ ਦੇ ਲਈ ਪੋਸਟਾਂ ਜੋ ਨੇ ਉਹ ਪਹਿਲਾਂ ਹੀ ਰਾਖਵੀਆਂ ਕਰ ਦਿੱਤੀਆਂ ਨੇ। ਜਿਵੇਂ ਜਨਰਲ ਦੇ ਵਿੱਚੋਂ 2588 ਪੋਸਟਾਂ ਜੋ ਨੇ ਜੀ ਉਹ ਟੋਟਲ ਨੇ, ਜਿਹਦੇ ਵਿੱਚੋਂ ਕਿ 730 ਪੋਸਟਾਂ ਔਰਤਾਂ ਦੇ ਲਈ ਰਾਖਵੀਆਂ ਨੇ ਤੇ ਜੋ 1800 ਦੇ ਲਗਭਗ ਪੋਸਟਾਂ ਨੇ ਉਹ ਜੀ ਮਰਦਾਂ ਦੇ ਲਈ ਰਾਖਵੀਆਂ ਨੇ। ਤੇ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਇਹਦਾ ਸ਼ਾਇਦ ਇੱਕ ਤਰ੍ਹਾਂ ਨਾਲ ਨੈਗੇਟਿਵ ਇੰਪੈਕਟ ਹੀ ਪਿਆ ਕਿਉਂਕਿ ਅਦਰਵਾਈਜ਼ ਓਪਨ ਕੰਪੀਟੀਸ਼ਨ ਹੁੰਦਾ ਸੀ, ਬਟ ਹੁਣ ਸਿਰਫ 730 ਪੋਸਟਾਂ ਹੀ ਨੇ। ਸੋ ਫੀਮੇਲਸ ਇਸ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖਣਗੇ, ਤੁਹਾਡਾ ਜੋ ਕੰਪੀਟੀਸ਼ਨ ਹੈ ਉਹ ਸਟਿਫ ਹੋਣ ਵਾਲਾ ਹੈ। ਅਨੁਸੂਚਿਤ ਜਾਤੀ ਦੇ ਵਿੱਚ 664 ਪੋਸਟਾਂ ਦੇ ਵਿੱਚੋਂ 265 ਜੋ ਨੇ ਜੀ ਉਹ ਔਰਤਾਂ ਦੇ ਲਈ ਰਾਖਵੀਆਂ ਨੇ ਤੇ ਅਨੁਸੂਚਿਤ ਜਾਤੀ ਦੀਆਂ ਮੈਂ ਟੋਟਲ ਪੋਸਟਾਂ ਹੀ ਦੱਸਣ ਜਾ ਰਹੀ ਹਾਂ ਕਿ ਸਾਬਕਾ ਫੌਜੀ M ਤੇ B ਦੀਆਂ 133 ਪੋਸਟਾਂ ਨੇ, ਜਦਕਿ ਇਹਨਾਂ ਦੇ ਵਿੱਚ ਵਿਮਨ ਦੇ ਲਈ ਕੋਈ ਵੀ ਪੋਸਟ ਰਾਖਵੀਂ ਨਹੀਂ ਹੈ। ਅਨੁਸੂਚਿਤ ਜਾਤੀ ਸਾਬਕਾ ਫੌਜੀ ਔਰਤ ਹੈ ਉਹ 132, ਅਨੁਸੂਚਿਤ ਜਾਤੀ ਖਿਡਾਰੀ 33, ਅਨੁਸੂਚਿਤ ਜਾਤੀ 33, ਪਛੜੀਆਂ ਸ਼੍ਰੇਣੀਆਂ 663 ਜਿਨ੍ਹਾਂ ਵਿੱਚੋਂ 265 ਪੋਸਟਾਂ ਨੇ ਜੀ ਉਹ ਰਾਖਵੀਆਂ ਨੇ। ਪਛੜੀਆਂ ਸ਼੍ਰੇਣੀਆਂ ਸਾਬਕਾ ਫੌਜੀ 133 ਟੋਟਲ ਪੋਸਟਾਂ ਨੇ, ਖਿਡਾਰੀ ਜਨਰਲ 133, ਆਜ਼ਾਦੀ ਘੁਲਾਟੀ 66, ਸਾਬਕਾ ਫੌਜੀ ਜਨਰਲ 465 ਜਿਹਦੇ ਵਿੱਚੋਂ 266 ਪੋਸਟਾਂ ਨੇ ਜੀ ਉਹ ਰਾਖਵੀਆਂ ਨੇ। ਅੰਗਹੀਣਾਂ ਦੇ ਲਈ ਤੁਸੀਂ ਦੇਖ ਸਕਦੇ ਹੋ ਜੀ ਪੋਸਟਾਂ ਕੈਟੇਗਰੀ ਵਾਈਜ਼ ਲਿਖੀਆਂ ਹੋਈਆਂ ਨੇ, ਬਰਾਬਰ ਪੋਸਟਾਂ ਨੇ ਸਭ ਦੀਆਂ ਤੇ
EWS ਸੈਕਸ਼ਨ ਦੀਆਂ ਦੇਖੀਏ, ਅਗਰ ਆਪਾਂ ਜਨਰਲ ਕੈਟੇਗਰੀ ਦੇ ਵਿੱਚ ਜੋ ਘੱਟ ਆਮਦਨ ਵਰਗ ਵਾਲਾ ਸੈਕਸ਼ਨ ਹੁੰਦਾ ਤਾਂ ਜੀ ਉਹਨਾਂ ਦੀਆਂ 663 ਪੋਸਟਾਂ ਨੇ। ਅਤੇ ਅਗਰ ਕੁੱਲ ਦੇਖੀਏ ਤਾਂ 6635 ਪੋਸਟਾਂ ਜੋ ਨੇ ਉਹ ਕੱਢੀਆਂ ਗਈਆਂ ਨੇ, ਜਿਹਦੇ ਵਿੱਚੋਂ 2157 ਪੋਸਟਾਂ ਜੋ ਨੇ ਜੀ ਉਹ ਵਿਮਨ ਦੇ ਲਈ ਰਾਖਵੀਆਂ ਨੇ। ਵਿੱਦਿਅਕ ਯੋਗਤਾਵਾਂ ਅਗਰ ਆਪਾਂ ਦੇਖੀਏ ਤਾਂ ਜੀ ਧਿਆਨ ਨਾਲ ਹੁਣ ਜੋ ਹੈ ਤੁਸੀਂ ਦੇਖ ਲਿਓ, ਕਿਉਂਕਿ ਲਾਸਟ ਟਾਈਮ ਵਿੱਦਿਅਕ ਯੋਗਤਾ ਕੁਛ ਹੋਰ ਸੀ, ਇਸ ਵਾਰੀ ਚੇਂਜਸ ਕਰ ਦਿੱਤੇ ਗਏ ਨੇ ਇਹਦੇ ਵਿੱਚ। ਇਹ ਅਸਾਮੀਆਂ ਦਾ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਗਰੁੱਪ ਸੀ ਸਰਵਿਸ ਦੇ ਅੰਡਰ ਇਹ ਮਤਲਬ ਅਸਾਮੀਆਂ ਆਉਂਦੀਆਂ ਨੇ। ਬਾਰਡਰ ਏਰੀਆ ਗਰੁੱਪ ਸੀ ਸਰਵਿਸ ਰੂਲਸ ਦਾ ਪੰਜਾਬ ਐਜੂਕੇਸ਼ਨ ਪੋਸਟਿੰਗ ਆਫ ਟੀਚਰ ਇਨ ਡਿਸਐਡਵਾਂਟੇਜ ਏਰੀਆ April 5 2021 ਦੇ ਅਧੀਨ ਇਹ ਨੋਟੀਫਿਕੇਸ਼ਨ ਆਈ ਹੈ। ਅਤੇ ਇਹਦੇ ਨਾਲ ਜੀ ਦੇਖੋ ਹੁਣ ਤੁਸੀਂ ਇੱਥੇ ਧਿਆਨ ਨਾਲ ਪੜ੍ਹੋ ਕਿ ਇਹਨਾਂ ਨੇ ਸਾਫ਼ ਮੈਂਸ਼ਨ ਕੀਤਾ ਹੋਇਆ ਵੀ ਅਮੈਂਡਮੈਂਟ ਜੋ ਹੈ ਜੀ ਉਹ ਕਰ ਦਿੱਤੀ ਗਈ ਹੈ ਇਹਦੇ ਵਿੱਚ। ਅਤੇ ਇਹਨਾਂ ਨੇ ਜੋ ਮੁੱਢਲੀਆਂ ਯੋਗਤਾਵਾਂ ਨੇ ਉਹ ਇਸ ਤਰ੍ਹਾਂ ਰੱਖੀਆਂ ਨੇ। ਸ਼ੁੱਡ ਹੈਵ ਪਾਸਡ 12th ਫਰੋਮ ਅ ਰਿਕਗਨਾਈਜ਼ਡ ਬੋਰਡ ਔਰ ਇੰਸਟੀਟਿਊਸ਼ਨ। ਸੋ ਜੀ 12ਵੀਂ ਹੋਣੀ ਜ਼ਰੂਰੀ ਹੈ ਤੁਹਾਡੇ ਕੋਲ, ਪਹਿਲੀ ਸ਼ਰਤ ਇਹ ਹੈ। ਦੂਸਰੀ ਸ਼ਰਤ ਹੈ ਜੀ possess 2 years ਐਲੀਮੈਂਟਰੀ ਟੀਚਰਸ ਟ੍ਰੇਨਿੰਗ ਕੋਰਸ। ਸੋ ETT ਦਾ ਕੋਰਸ ਹੋਣਾ ਜ਼ਰੂਰੀ ਹੈ, ਜਾਂ ਫਿਰ 2 years ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ, ਕਿਉਂਕਿ ਕਈ ਜਿਵੇਂ ਦੂਸਰੇ ਸਟੇਟਸ ਵਾਲੇ ਆ ਨਾ ਤਾਂ ਉੱਥੇ ਐਲੀਮੈਂਟਰੀ ਐਜੂਕੇਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਵਾਲਾ ਡਿਪਲੋਮਾ। ਸੋ ਤੁਸੀਂ ਬੇਸਿਕਲੀ ETT ਤੁਹਾਡੀ ਕੀਤੀ ਹੋਵੇ ਅਤੇ ਇਹਦੇ ਲਈ ਤੁਸੀਂ ਫਿਰ ਐਲੀਜੀਬਲ ਹੈਗੇ ਹੋ। ਸੋ ਇੱਥੇ ਹੁਣ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਜਿਵੇਂ ਲਾਸਟ ਟਾਈਮ BEd ਵਾਲੇ ਵੀ ਐਲੀਜੀਬਲ ਸੀ ਕੇਂਦਰ ਸਰਕਾਰ ਦੀ ਨੋਟੀਫਿਕੇਸ਼ਨ ਦੇ ਅਨੁਸਾਰ, ਗਜ਼ਟਡ ਨੋਟੀਫਿਕੇਸ਼ਨ ਦੇ ਅਨੁਸਾਰ, ਬਟ ਇਸ ਵਾਰੀ ਕਾਫੀ ਰਿਟ ਪਟੀਸ਼ਨਾਂ ਦਾਇਰ ਹੋਣ ਦੀ ਵਜ੍ਹਾ ਕਰਕੇ ਅਤੇ ਪਿਛਲੀ ਅਸਾਮੀਆਂ ਜੋ ਪਿਛਲੀ ਪੋਸਟਸ ਆਈਆਂ ਸੀਗੀਆਂ ਜਦੋਂ ਪਿਛਲੀ ਰਿਕਰੂਟਮੈਂਟ ਹੋਈ ਸੀ ਤਾਂ ਉਦੋਂ ਇਸ ਕਾਰਨ ਕਰਕੇ ਇਸ ਗੱਲ ਕਰਕੇ ਬਹੁਤ ਜ਼ਿਆਦਾ ਉਹਦੇ 'ਤੇ ਕੰਟਰੋਵਰਸਿਸ ਹੋਈਆਂ ਸੀਗੀਆਂ। ਅਤੇ ETT ਅਤੇ BEd ਵਾਲੇ ਕੈਂਡੀਡੇਟਸ ਆਪਸ ਦੇ ਵਿੱਚ ਹੀ ਲਾਈਕ ਬਹੁਤ ਜ਼ਿਆਦਾ ਉਹਨਾਂ ਦਾ ਕਹਿ ਸਕਦੇ ਹਾਂ ਆਪਾਂ ਵੀ ਇੱਕ ਬੋਲ ਕਬੋਲ ਹੋਇਆ ਸੀ ਇਸ ਪਿੱਛੇ। ਸੋ ਜੀ ਇਹਨਾਂ ਨੇ ਇਸ ਵਾਰੀ ਜੋ ਹੈ ਕਲੀਅਰ ਕਰ ਦਿੱਤਾ ਹੈ ਕਿ ETT ਦੀਆਂ ਪੋਸਟਾਂ ਦੇ ਲਈ ਸਿਰਫ ਉਹੀ ਕੈਂਡੀਡੇਟਸ ਐਲੀਜੀਬਲ ਨੇ ਜਿਨ੍ਹਾਂ ਨੇ ETT ਕੀਤੀ ਹੋਊਗੀ। ਅਤੇ ਦੂਸਰੀ ਗੱਲ ਇਹਦੇ ਵਾਸਤੇ ਪੰਜਾਬ ਸਰਕਾਰ ਦੁਆਰਾ ਲਿਆ ਗਿਆ ਜੋ ਤੁਹਾਡਾ PS ਟੈਟ ਹੈ, ਟੈਸਟ 1 ਪਾਸ ਕੀਤਾ ਹੋਣਾ ਜ਼ਰੂਰੀ ਹੈ 1 to 5 ਕਲਾਸਿਸ ਦੇ ਲਈ ਜਿਹੜਾ ਹੁੰਦਾ ਹੈ। ਵੈਸੇ BEd ਵਾਲਿਆਂ ਨੇ ਵੀ ਦਿੱਤਾ ਹੁੰਦਾ ਹੈ, ਉਹ ਵੀ ਕਲੀਅਰ ਕਰ ਲੈਂਦੇ ਨੇ, ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇਹਨਾਂ ਪੋਸਟਾਂ ਦੇ ਲਈ ਹੁਣ ਐਲੀਜੀਬਲ ਹੋਗੇ, ਬਿਕਾਜ਼ ਇਸ ਵਾਰੀ ਐਲੀਜੀਬਿਲਟੀ ਜੋ ਹੈ ਉਹ ਬਦਲ ਦਿੱਤੀ ਗਈ ਹੈ। ਅਤੇ ਵੈਸੇ ਵੀ ਕੱਲ੍ਹ ਵੀ ਇੱਕ ਨੋਟਿਸ ਆਇਆ ਸੀ, ਮੈਂ ਉਹ ਵੀ ਤੁਹਾਨੂੰ ਦਿਖਾ ਦਿੰਦੀ ਹਾਂ। ਤਾਂ ਇਹ ਵੀ ਜੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਫੈਸਲਾ ਲਿਆ ਗਿਆ ਹੈ ਕਿ BEd ਵਾਲੇ ਜੋ ਨੇ ਹੁਣ ਐਲੀਮੈਂਟਰੀ ਅਸਾਮੀ ਵਾਸਤੇ ਅਪਲਾਈ ਨਹੀਂ ਕਰ ਸਕਦੇ, ਠੀਕ ਹੈ ਜੀ। ਅਤੇ ਇਹਨਾਂ ਨੇ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਨੇ ਨਿਯਮਾਂ ਦੇ ਵਿੱਚ ਸੋਧ ਕਰ ਦਿੱਤੀ ਹੈ ਅਤੇ ਉਸ ਕਰਕੇ ਇਹਨਾਂ ਨੇ BEd ਪਾਸ ਉਮੀਦਵਾਰਾਂ ਨੂੰ ਪ੍ਰਾਇਮਰੀ ਅਧਿਆਪਕ ਦੀ ਅਸਾਮੀ ਲਈ ਬਿਨੈਕਾਰ ਬਣਨ 'ਤੇ ਰੋਕ ਲਗਾ ਦਿੱਤੀ ਹੈ। ਇਸ ਲਈ ਭਵਿੱਖ ਵਿੱਚ ਕੋਈ ਵੀ BEd ਪਾਸ ਵਿਅਕਤੀ ਐਲੀਮੈਂਟਰੀ ਟੀਚਰਸ ਦੀ ਅਸਾਮੀ ਲਈ ਅਪਲਾਈ ਨਹੀਂ ਕਰ ਸਕੇਗਾ। ਅਤੇ ETT ਬੇਰੁਜ਼ਗਾਰ ਅਧਿਆਪਕ ਯਾਨੀ ਕਿ ਇਹਨਾਂ ਦੀ ਜੋ ਯੂਨੀਅਨ ਹੈ ਉਹ ਕਾਫੀ ਟਾਈਮ ਤੋਂ ਇਸ ਗੱਲ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀ ਸੀ ਕਿ ਇਸ ਲਈ ਸਿਰਫ ETT ਦੇ ਕੈਂਡੀਡੇਟਸ ਨੂੰ ਹੀ ਵਿਚਾਰਿਆ ਜਾਵੇ। ਸੋ ਫਾਈਨਲੀ ਜੀ ਜੋ ਬਦਲਾਅ ਹੈ ਉਹ ਅਸਾਮੀਆਂ ਦੇ ਵਿੱਚ ਕਰ ਦਿੱਤਾ ਗਿਆ ਹੈ। ਯੋਗਤਾ ਦੇ ਵਿੱਚ ਵਿੱਦਿਅਕ ਯੋਗਤਾ ਮੁੱਢਲੀ ਜੋ ਹੈ ਉਹ ਇੱਕ ਤੈਅ ਕਰ ਦਿੱਤੀ ਗਈ ਹੈ। ਉਸ ਤੋਂ ਬਾਅਦ ਜੀ ਇੱਕ ਧਿਆਨ 'ਚ ਰੱਖਣ ਵਾਲੀ ਗੱਲ ਇਹ ਹੈ ਜੋ ਮੈਂ ਲਾਸਟ ਟਾਈਮ ਵੀ ਦੱਸੀ ਸੀ ਕਿ ਅਪਲਾਈ ਕਰਨ ਦੀ ਆਖਰੀ ਮਿਤੀ ਤੱਕ ਯਾਨੀ ਕਿ 18 ਅਗਸਤ ਤੱਕ ਤੁਹਾਡੀਆਂ ਸਾਰੀਆਂ ਲੋੜੀਂਦੀਆਂ ਯੋਗਤਾਵਾਂ ਜੋ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਤਾਂ ਹੀ ਤੁਸੀਂ ਇਹ ਫੋਰਮ ਭਰੋ। ਅਗਰ ਤੁਹਾਡੇ ਹਲੇ ਲਾਈਕ ਐਗਜ਼ਾਮ ਤੁਸੀਂ ਦਿੱਤੇ ਹੋਏ ਨੇ, ਤੁਹਾਡਾ ਰਿਜ਼ਲਟ ਨਹੀਂ ਆਇਆ, ਮੰਨ ਲਓ ਤੁਹਾਡਾ ਰਿਜ਼ਲਟ ਆਉਂਦਾ ਜਾ ਕੇ ਸਤੰਬਰ ਦੇ ਵਿੱਚ, ਤਾਂ ਤੁਸੀਂ ਇਹਨਾਂ ਪੋਸਟਾਂ ਦੇ ਵਾਸਤੇ ਬਿਲਕੁਲ ਵੀ ਐਲੀਜੀਬਲ ਨਹੀਂ ਹੈਗੇ। ਸੋ ਤੁਸੀਂ ਸਿਰਫ ਉਦੋਂ ਹੀ ਅਪਲਾਈ ਕਰ ਸਕਦੇ ਹੋ ਅਗਰ 18 ਅਗਸਤ ਤੱਕ ਤੁਹਾਡੇ ਹੱਥ ਵਿੱਚ ਤੁਹਾਡੇ ਸਾਰੇ ਰਿਜ਼ਲਟਸ ਨੇ ਅਤੇ ਡਿਗਰੀਆਂ ਨੇ ਤੁਹਾਡੇ ਕੋਲ, ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ। ਅਗਰ ਤੁਸੀਂ ਅਪੇਅਰਿੰਗ ਹੋ ਜਾਂ ਤੁਹਾਡਾ ਰਿਜ਼ਲਟ ਅਵੇਟਡ ਹੈ ਤਾਂ ਤੁਸੀਂ ਅਪਲਾਈ ਨਹੀਂ ਕਰ ਸਕਦੇ। ਅਤੇ ਦੂਸਰੀ ਗੱਲ ਜੀ ਜੋ ਲਾਈਕ ਮੈਨੂੰ ਲੱਗਦਾ ਕਿ ਕੈਂਡੀਡੇਟਸ ਨੂੰ ਚੱਕਣੀ ਚਾਹੀਦੀ ਹੈ ਕਿ ਬਿਨਾਂ ਐਗਜ਼ਾਮ ਲਈ ਯਾਨੀ ਕਿ ਬਿਨਾਂ PS ਟੈਟ 1 ਲਈ ਇਹ ਭਰਤੀ ਜੋ ਹੈ ਇਹ ਕੱਢੀ ਜਾ ਰਹੀ ਹੈ, ਜੋ ਕਿ ਬਿਲਕੁਲ ਅਨਫੇਅਰ ਹੈ ਉਹਨਾਂ ਕੈਂਡੀਡੇਟਸ ਦੇ ਨਾਲ ਜਿਨ੍ਹਾਂ ਨੇ ਰੀਸੈਂਟਲੀ ETT ਕੀਤੀ ਹੈ। ਸੋ ਆਈ ਹੋਪ ਕਿ ਡੈਫੀਨੇਟਲੀ ਇਹਦੇ 'ਤੇ ਵੀ ਗਵਰਨਮੈਂਟ ਦਾ ਧਿਆਨ ਜ਼ਰੂਰ ਦਿਵਾਇਆ ਜਾਊਗਾ ਯੂਨੀਅਨਸ ਵੱਲੋਂ।
ਤੇ ਉਸ ਤੋਂ ਬਾਅਦ ਜੀ ਚੋਣ ਦਾ ਢੰਗ ਅਗਰ ਦੇਖੀਏ ਤਾਂ ਇਹਨਾਂ ਅਸਾਮੀਆਂ ਦੀ ਭਰਤੀ ਕਰਨ ਸੰਬੰਧੀ ਸਟੇਟ ਪੱਧਰ 'ਤੇ ਇੱਕ 100 ਅੰਕਾਂ ਦਾ ਲਿਖਤੀ ਟੈਸਟ ਜੋ ਹੈ ਲਿਆ ਜਾਊਗਾ, ਸੇਮ ਜਿਵੇਂ ਆਪਣਾ ਰੀਸੈਂਟਲੀ ਹੋਇਆ ਸੀ, ਅਤੇ ਓਬਜੈਕਟਿਵ ਟਾਈਪ ਟੈਸਟ ਲਿਆ ਜਾਊਗਾ ਜੋ ਇਹਨਾਂ ਅਸਾਮੀਆਂ ਲਈ ਦਰਸਾਈਆਂ ਗਈਆਂ ਵਿਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਲਈ ਨਿਰਧਾਰਿਤ ਹੋਰ ਸ਼ਰਤਾਂ ਪੂਰੀਆਂ ਕਰਦੇ ਹੋਣਗੇ। ਉਹਨਾਂ ਉਮੀਦਵਾਰਾਂ ਦੀ ਮੈਰਿਟ ਜੋ ਹੈ ਲਿਖਤੀ ਟੈਸਟ ਅਤੇ ਉਚੇਰੀ ਯੋਗਤਾ ਦੇ ਅੰਕਾਂ ਨੂੰ ਜੋੜ ਕੇ ਬਣਾਈ ਜਾਵੇਗੀ, ਅਤੇ ਉਚੇਰੀ ਯੋਗਤਾ ਦੇ ਅੰਕ ਹੇਠ ਲਿਖੇ ਅਨੁਸਾਰ ਦਿੱਤੇ ਜਾਣਗੇ। ਅਗਰ ਤੁਸੀਂ ਗ੍ਰੈਜੂਏਸ਼ਨ ਵੀ ਨਾਲ ਕੀਤੀ ਹੋਈ ਹੈ ਤਾਂ 5, ਫਸਟ ਡਿਵੀਜ਼ਨ ਦੇ ਵਿੱਚ ਕੀਤੀ ਹੋਵੇ ਤਾਂ, ਅਗਰ ਤੁਸੀਂ ਸੈਕਿੰਡ ਡਿਵੀਜ਼ਨ ਵਿੱਚ ਪਾਸ ਕੀਤੀ ਹੈ ਤਾਂ 3 ਅੰਕ, ਅਗਰ ਤੁਸੀਂ ਥਰਡ ਡਿਵੀਜ਼ਨ ਦੇ ਵਿੱਚ ਪਾਸ ਕੀਤੀ ਹੈ ਤਾਂ 2 ਅੰਕ, ਅਗਰ 2 ਕੈਂਡੀਡੇਟਸ ਦੇ ਵਿੱਚ ਟਾਈ ਹੋ ਜਾਂਦਾ ਹੈ, ਰਿਟਨ ਟੈਸਟ ਦੇ ਵਿੱਚ ਬਰਾਬਰ ਮਾਰਕਸ ਆਉਂਦੇ ਨੇ ਤਾਂ ਏਜ ਕੰਸੀਡਰ ਕੀਤੀ ਜਾਊਗੀ, ਅਤੇ ਅਗਰ ਉਹਨਾਂ ਦੀ ਲਾਈਕ ਏਜ ਵੀ ਸੇਮ ਹੋ ਜਾਂਦੀ ਹੈ ਤਾਂ ਡਿਗਰੀ ਦੇ ਵਿੱਚ ਜੋ ਵੱਧ ਪ੍ਰਤੀਸ਼ਤ ਹੋਣਗੇ ਉਹਨਾਂ ਨੂੰ ਕੰਸੀਡਰ ਕੀਤਾ ਜਾਊਗਾ। ਅਸਾਮੀਆਂ ਦਾ ਅਗਰ ਪੇ ਸਕੇਲ ਦੀ ਗੱਲ ਕਰੀਏ ਤਾਂ ਜੀ ਪੇ ਮੈਟ੍ਰਿਕਸ ਇਹਨਾਂ ਦਾ 29,200 ਰੁਪਏ ਬਿਨਾਂ ਕਿਸੇ ਭੱਤੇ ਦੇ ਅਨੁਸਾਰ ਮਿਲਣਯੋਗ ਹੋਣਗੇ। ਉਮਰ ਸੀਮਾ ਜੋ ਹੈ ਜੀ ਉਹ 1/1/2021 ਨੂੰ 18 ਤੋਂ 37 ਸਾਲ ਦੇ ਦਰਮਿਆਨ ਹੋਵੇ। ਅਤੇ ਉਸ ਤੋਂ ਬਾਅਦ ਜੀ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ, ਐਜੂਕੇਸ਼ਨ ਵਲੰਟੀਅਰਸ, EGS ਵਲੰਟੀਅਰਸ, AIE ਵਲੰਟੀਅਰਸ ਅਤੇ ਸਪੈਸ਼ਲ ਟ੍ਰੇਨਿੰਗ ਰਿਸੋਰਸ ਵਲੰਟੀਅਰਸ ਨੂੰ ਉੱਪਰਲੀ ਸੀਮਾ ਵਿੱਚ ਕੀਤੀ ਗਈ ਸੇਵਾ ਦੇ ਬਰਾਬਰ ਛੋਟ ਦਿੱਤੀ ਜਾਵੇਗੀ। ਸੋ ਲਾਸਟ ਟਾਈਮ ਵੀ ਇੱਦਾਂ ਹੀ ਹੋਇਆ ਸੀ। ਅਤੇ ਉਸ ਤੋਂ ਬਾਅਦ ਜੀ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਉੱਪਰਲੀ ਉਮਰ ਸੀਮਾ ਹੱਦ ਵਿੱਚ 5 ਸਾਲ ਦੀ ਛੋਟ ਹੋਵੇਗੀ, ਅਤੇ ਹੋਰ ਰਾਜਾਂ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਨੂੰ 45 ਸਾਲ ਤੱਕ ਦੀ ਇਹ ਛੂਟ ਹੈ। ਇਹਦੇ ਵਿੱਚ ਵਿਧਵਾ ਅਤੇ ਤਲਾਕਸ਼ੁਦਾ ਔਰਤਾਂ ਦੀ ਉੱਪਰਲੀ ਉਮਰ ਸੀਮਾ ਦੀ ਹੱਦ 42 ਸਾਲ ਤੱਕ ਛੋਟ ਹੋਵੇਗੀ, ਅਤੇ ਪੰਜਾਬ ਦੇ ਵਸਨੀਕ ਵਿਕਲਾਂਗਾਂ ਦੀ ਉਮਰ ਸੀਮਾ ਦੀ ਹੱਦ ਵਿੱਚ 10 ਸਾਲ ਦੀ ਛੋਟ ਹੋਵੇਗੀ, ਅਤੇ ਸਾਬਕਾ ਫੌਜੀਆਂ ਵੱਲੋਂ ਉਹਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਹਨਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਜਿਵੇਂ ਵੀ ਲਾਈਕ ਉਹਨਾਂ ਦੀ ਬਚਦੀ ਹੈ ਉਮਰ ਰੂਲਾਂ ਅਨੁਸਾਰ ਅਸਾਮੀ ਦੀ ਉੱਪਰਲੀ ਸੀਮਾ ਤੋਂ 3 ਸਾਲ ਵੱਧ ਹੋਵੇਗੀ ਤਾਂ ਉਹਨਾਂ ਨੂੰ ਉਮਰ ਸੀਮਾ ਦੀਆਂ ਸ਼ਰਤਾਂ 'ਤੇ ਸੰਤੁਸ਼ਟਤਾ ਦੇਣੀ ਪਵੇਗੀ। ਨੈਕਸਟ ਹੈ ਜੀ ਪ੍ਰੋਸੈਸਿੰਗ ਫੀਸ ਕਿੰਨੀ ਹੈ। ਜਨਰਲ ਅਤੇ ਹੋਰ ਕੈਟੇਗਰੀ ਦੇ ਉਮੀਦਵਾਰਾਂ ਦੇ ਲਈ 1000 ਰੁਪਇਆ, ਰਿਜ਼ਰਵ ਕੈਟੇਗਰੀ SC ST ਦੇ ਵਾਸਤੇ 500 ਰੁਪਇਆ, ਸਾਬਕਾ ਸੈਨਿਕ ਅਗਰ ਖੁਦ ਅਪਲਾਈ ਕਰ ਰਹੇ ਨੇ ਤਾਂ ਕੋਈ ਵੀ ਫੀਸ ਨਹੀਂ ਲੱਗੇਗੀ। ਬਾਅਦ ਜੀ ਕੁਛ ਆਮ ਸ਼ਰਤਾਂ ਨੇ ਇਸ ਰਿਕਰੂਟਮੈਂਟ ਦੀਆਂ, ਉਹੀ ਕਿ ਅਗਰ ਤੁਸੀਂ ਕਿਸੇ ਵੀ ਰਿਜ਼ਰਵਡ ਕੈਟੇਗਰੀ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਜੋ ਹੈ ਸਰਟੀਫਿਕੇਟਸ ਪ੍ਰੋਪਰ ਹੋਣੇ ਚਾਹੀਦੇ ਨੇ। ਅਤੇ ਇਹਦੇ ਵਿੱਚ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਕਿ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਉਹ ਇਸਤਰੀ ਉਮੀਦਵਾਰ ਜਿਨ੍ਹਾਂ ਦੇ ਸਰਟੀਫਿਕੇਟ ਵਿਆਹ ਉਪਰੰਤ ਪਤੀ ਦੇ ਨਾਮ ਦੇ ਬਣੇ ਹਨ, ਉਹਨਾਂ ਇਸਤਰੀ ਉਮੀਦਵਾਰਾਂ ਨੂੰ ਸਕਰੂਟਨੀ ਸਮੇਂ ਉਹ ਸਰਟੀਫਿਕੇਟ ਜਿਸ ਵਿੱਚ ਪਿਤਾ ਦਾ ਨਾਮ ਦਰਜ ਹੈ ਜਾਂ ਪਿਤਾ ਦਾ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦਾ ਸਰਟੀਫਿਕੇਟ ਜੋ ਹੈ ਉਹ ਸਬੂਤ ਵਜੋਂ ਪੇਸ਼ ਕਰਨਾ ਹੋਵੇਗਾ, ਯਾਨੀ ਕਿ ਹਸਬੈਂਡ ਵਾਲਾ ਤੁਹਾਡਾ ਜੋ ਸਰਟੀਫਿਕੇਟ ਹੈ ਉਹ ਨਹੀਂ ਚੱਲੇਗਾ। ਅਤੇ ਉਸ ਤੋਂ ਇਲਾਵਾ ਇਹ ਉਦੋਂ ਤੱਕ ਹੀ ਵੈਲਿਡ ਮੰਨਿਆ ਜਾਏਗਾ ਤੁਹਾਡਾ ਪਛੜੀ ਸ਼੍ਰੇਣੀ ਦਾ ਸਰਟੀਫਿਕੇਟ ਜਦੋਂ ਤੱਕ ਤੁਸੀਂ ਕ੍ਰੀਮੀ ਲੇਅਰ ਦੇ ਦਾਇਰੇ ਵਿੱਚ ਨਹੀਂ ਆ ਜਾਂਦੇ। ਅਤੇ ਰਾਖਵਾਂਕਰਨ ਦਾ ਲਾਭ ਜੋ ਹੈ ਜੀ ਉਹ ਸਿਰਫ ਔਰ ਸਿਰਫ ਪੰਜਾਬ ਦੇ ਰੈਜ਼ੀਡੈਂਟਸ ਨੂੰ ਹੀ ਮਿਲੇਗਾ। ਅਗਰ ਤੁਸੀਂ ਕਿਸੇ ਹੋਰ ਸਟੇਟ ਤੋਂ ਅਪਲਾਈ ਕਰ ਰਹੇ ਹੋ ਤਾਂ ਤੁਹਾਨੂੰ ਕੋਈ ਵੀ ਕੈਟੇਗਰੀ ਦਾ ਲਾਭ ਨਹੀਂ ਮਿਲਣਾ, ਤੁਸੀਂ ਜਨਰਲ ਹੀ ਕੰਸੀਡਰ ਕੀਤੇ ਜਾਓਗੇ। ਅਤੇ ਉਮੀਦਵਾਰ ਦੀ ਕੈਟੇਗਰੀ ਉਹੀ ਫਾਈਨਲ ਮੰਨੀ ਜਾਏਗੀ ਜਿਸ ਵਿੱਚ ਉਸਨੇ ਫਾਰਮ ਭਰਿਆ ਹੋਊਗਾ। ਲਾਈਕ ਲਾਸਟ ਟਾਈਮ ਇਹਦੇ 'ਤੇ ਵੀ ਬਹੁਤ ਜ਼ਿਆਦਾ ਐਲੀਗੇਸ਼ਨਸ ਲੱਗੀਆਂ ਸੀ ਬੋਰਡ 'ਤੇ, ਬਿਕੋਜ਼ ਇਹਨਾਂ ਨੇ ਬਾਅਦ ਵਿੱਚ ਕੈਟੇਗਰੀ ਚੇਂਜ ਕਰਨ ਦਾ ਮੌਕਾ ਦਿੱਤਾ ਸੀ ਕੈਂਡੀਡੇਟਸ ਨੂੰ। ਸੋ ਜੀ ਇਸ ਟਾਈਮ ਆਪਣੀ ਕੈਂਡੀਡੇਟ ਜੋ ਕੈਟੇਗਰੀ ਨੇ ਉਹ ਬਹੁਤ ਸੋਚ ਸਮਝ ਕੇ ਭਰਨ। ਉਸ ਤੋਂ ਬਾਅਦ ਜੀ ਜੋ ਚੀਜ਼ ਲਾਈਕ ਵਿੱਦਿਅਕ ਯੋਗਤਾ ਦੇ ਵਿੱਚ ਹੀ ਸ਼ੋਅ ਕਰਨੀ ਚਾਹੀਦੀ ਹੈ ਉਹ ਇੱਥੇ ਆ ਕੇ ਦੱਸੀ ਹੋਈ ਹੈ। ਉਮੀਦਵਾਰ 10ਵੀਂ ਪੱਧਰ ਦੀ ਪੰਜਾਬੀ ਪਾਸ ਕੀਤੀ ਹੋਣੀ ਜ਼ਰੂਰੀ ਹੈ, ਅਤੇ ਇਹ ਜ਼ਰੂਰੀ ਹੀ ਹੁੰਦੀ ਹੈ ਪੰਜਾਬ ਦਾ ਤੁਸੀਂ ਕੋਈ ਵੀ ਗਵਰਨਮੈਂਟ ਜੋਬ ਦੇ ਲਈ ਐਗਜ਼ਾਮ ਦਿੰਦੇ ਹੋ ਤਾਂ ਤੁਹਾਡੇ ਲਈ ਜ਼ਰੂਰੀ ਹੈ। ਅਤੇ ਪੁਰਸ਼ ਅਤੇ ਇਸਤਰੀ ਉਮੀਦਵਾਰਾਂ ਦੀ ਲਿਖਿਆ ਹੋਇਆ ਕਿ ਸਾਂਝੀ ਮੈਰਿਟ ਬਣਾਈ ਜਾਵੇਗੀ, ਅਤੇ ਅਸਾਮੀਆਂ ਜੋ ਨੇ ਜੀ ਉਹ ਵਧਾਈਆਂ ਘਟਾਈਆਂ ਜਾ ਸਕਦੀਆਂ ਨੇ, ਅਤੇ ਇਸ ਵਿਗਿਆਪਨ ਨੂੰ ਕਿਸੇ ਵੀ ਕਾਰਨ ਰੱਦ ਕਰਨ ਦਾ ਅਧਿਕਾਰ ਵਿਭਾਗ ਕੋਲ ਹੋਵੇਗਾ। ਅਤੇ ਅਗਰ ਤੁਸੀਂ ਔਨਲਾਈਨ ਫਾਰਮ ਭਰਦੇ ਹੋਏ ਕੋਈ ਵੀ ਗਲਤੀ ਕਰਦੇ ਹੋ ਤਾਂ ਜੀ ਉਹ ਤੁਸੀਂ ਉਸ ਦੇ ਲਈ ਖੁਦ ਰਿਸਪੋਂਸੀਬਲ ਹੋਵੋਗੇ। ਅਤੇ
ਉਮੀਦਵਾਰ ਦੀ ਵਿਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਅਪਲਾਈ ਕਰਨ ਦੀ ਆਖਰੀ ਮਿਤੀ ਦੇ ਜਾਂ ਪਹਿਲਾਂ ਦੇ ਬਣੇ ਹੋਣ। ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 18 ਅਗਸਤ ਤੱਕ ਤੁਹਾਡੇ ਕੋਲ ਤੁਹਾਡੇ ਸਾਰੇ ਸਰਟੀਫਿਕੇਟਸ ਹੋਣੇ ਚਾਹੀਦੇ ਨੇ। ਅਤੇ ਰਿਜ਼ਰਵੇਸ਼ਨ ਦਾ ਲਾਭ ਲੈਣ ਲਈ ਵੱਖ-ਵੱਖ ਕੈਟੇਗਰੀਆਂ ਦੇ ਸਰਟੀਫਿਕੇਟ ਜਿਵੇਂ SC ST ਅੰਗਹੀਨ ਅਤੇ ਹੋਰ ਜਿੰਨੇ ਵੀ ਸਰਟੀਫਿਕੇਟ ਆ ਉਹ ਸਕਰੂਟਨੀ ਸਮਾਂ ਹੀ ਜਮ੍ਹਾਂ ਚੈੱਕ ਕਰਾਉਣ ਉਪਰੰਤ ਮੰਨਣਯੋਗ ਹੋਣਗੇ। ਉਸ ਤੋਂ ਬਾਅਦ ਕਿਸੇ ਦੀ ਵੀ ਪ੍ਰਤੀ ਬੇਨਤੀ ਪ੍ਰਵਾਨ ਨਹੀਂ ਕੀਤੀ ਜਾਏਗੀ। ਅਤੇ ਆਪਣੇ ਸਰਟੀਫਿਕੇਟਸ ਜੋ ਨੇ ਤੁਹਾਡੇ ਜਿੰਨੇ ਵੀ ਤੁਹਾਨੂੰ ਰეკਮੈਂਡ ਕੀਤਾ ਜਾਂਦਾ ਕਿ ਤੁਸੀਂ ਪਹਿਲਾਂ ਹੀ ਆਪਣੇ ਬਣਵਾ ਕੇ ਰੱਖੋ। ਅਤੇ ਅਗਰ ਤੁਸੀਂ ਬਾਅਦ ਦੇ ਵਿੱਚ ਤੁਹਾਡੇ ਕੋਲ ਸਰਟੀਫਿਕੇਟ ਨਹੀਂ ਹੁੰਦਾ ਅਤੇ ਤੁਹਾਨੂੰ ਉਹਦੇ ਵਾਸਤੇ ਕੋਈ ਵੀ ਟਾਈਮ ਨਹੀਂ ਮਿਲੂਗਾ ਸਰਟੀਫਿਕੇਟ ਬਣਵਾਉਣ ਵਾਸਤੇ। ਅਤੇ ਹੁਣ ਜੇ ਤੁਸੀਂ ਇਹਦੇ ਲਈ ਔਨਲਾਈਨ ਕਿੱਦਾਂ ਅਪਲਾਈ ਕਰ ਸਕਦੇ ਹੋ, ਤਾਂ ਜੀ ਤੁਸੀਂ educationrecruitmentboard.com ਦੀ ਸਾਈਟ 'ਤੇ ਜਾ ਕੇ ਤੁਸੀਂ ਉੱਥੇ ਤੁਹਾਨੂੰ ਰਿਫਲੈਕਟ ਹੋ ਰਿਹਾ ਹੋਊਗਾ ਨਵਾਂ ਨੋਟਿਸ ਇਹ ਵਾਲਾ। 3 ਅਗਸਤ ਤੋਂ ਪੋਰਟਲ ਜੋ ਹੈ ਉੱਥੇ ਔਨਲਾਈਨ ਐਪਲੀਕੇਸ਼ਨ ਪ੍ਰੋਸੈਸ ਸ਼ੁਰੂ ਹੋ ਜਾਊਗਾ, ਤਾਂ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ। ਅਤੇ ਸਾਰੇ ਇੱਕ ਵਾਰੀ ਕੰਡੀਸ਼ਨਸ ਜੋ ਨੇ ਇਸ ਵਾਲੇ ਇਸ਼ਤਿਹਾਰ ਦੇ ਵਿੱਚ ਵੀ ਅਤੇ ਅਪਲਾਈ ਕਰਨ ਤੋਂ ਪਹਿਲਾਂ ਸਾਈਟ ਦੇ ਉੱਪਰ ਵੀ ਜ਼ਰੂਰ ਰੀਡ ਕਰ ਲਿਓ ਚੰਗੀ ਤਰ੍ਹਾਂ। ਅਤੇ ਉਸ ਤੋਂ ਬਾਅਦ ਜੀ ਔਨਲਾਈਨ ਫੀਸ ਭਰਨ ਦੀ ਆਖਰੀ ਮਿਤੀ ਜੋ ਹੈ ਉਹ 18 ਅਗਸਤ 2021 ਸ਼ਾਮੀ 5 ਵਜੇ ਤੱਕ ਹੈ। ਅਤੇ ਉਸ ਤੋਂ ਬਾਅਦ ਕਿਸੇ ਨੂੰ ਵੀ ਮੌਕਾ ਨਹੀਂ ਦਿੱਤਾ ਜਾਵੇਗਾ। ਸੋ ਇਹ ਸੀ ਜੀ ਕੁਛ ਜ਼ਰੂਰੀ ਇਹਦੀਆਂ ਟਰਮਸ ਐਂਡ ਕੰਡੀਸ਼ਨਸ। ਮੈਂ ਹਮੇਸ਼ਾ ਤੁਹਾਨੂੰ ਕਹਿੰਦੀ ਹੁੰਦੀ ਹਾਂ ਕਿ ਜਦੋਂ ਵੀ ਤੁਸੀਂ ਕਿਸੇ ਵੀ ਪੋਸਟ ਦੇ ਲਈ ਅਪਲਾਈ ਕਰਦੇ ਹੋ ਤਾਂ ਇੱਕ ਵਾਰੀ ਆਪਣੇ ਪੱਧਰ 'ਤੇ ਉਹਦੇ ਲਈ ਜੋ ਹੈ ਜਾਣਕਾਰੀ ਜ਼ਰੂਰ ਇਕੱਠੀ ਕਰ ਲਿਆ ਕਰੋ ਅਤੇ ਆਪਣੇ ਲੈਵਲ 'ਤੇ ਉਹਦੀ ਜਾਂਚ ਪੜਤਾਲ ਖੁਦ ਜ਼ਰੂਰ ਕਰਿਆ ਕਰੋ। ਅਤੇ ਅਪਲਾਈ ਕਰਨ ਤੋਂ ਪਹਿਲਾਂ ਆਪਣੀਆਂ ਸਾਰੀਆਂ ਡਿਟੇਲਸ ਵਗੈਰਾ ਧਿਆਨ ਨਾਲ ਚੈੱਕ ਕਰ ਲਿਓ, ਕਿਉਂਕਿ ਲਾਸਟ ਟਾਈਮ ਇਹਦੇ ਕਰਕੇ ਹੀ ਭਰਤੀਆਂ ਬਹੁਤ ਡਿਲੇ ਹੋਈਆਂ ਸੀ ਕੈਂਡੀਡੇਟਸ ਦੀਆਂ ਗਲਤੀਆਂ ਕਰਕੇ। ਲਾਈਕ ਜਿਵੇਂ ਤੁਸੀਂ ਬਾਰ-ਬਾਰ ਉਹਨਾਂ ਤੋਂ ਟਾਈਮ ਮੰਗਿਆ ਕਰੈਕਸ਼ਨਸ ਦੇ ਲਈ। ਸੋ ਬੈਟਰ ਹੈ ਕਿ ਤੁਸੀਂ ਪਹਿਲਾਂ ਹੀ ਆਪਣੀਆਂ ਸਾਰੀਆਂ ਜੋ ਡਿਟੇਲਸ ਵਗੈਰਾ ਨੇ ਉਹ ਖੁਦ ਭਰੋ, ਧਿਆਨ ਨਾਲ ਭਰੋ, ਫੋਰਮ ਵਗੈਰਾ ਖੁਦ ਭਰਨ ਦੀ ਕੋਸ਼ਿਸ਼ ਕਰੋ। ਅਤੇ ਇਨ ਕੇਸ ਤੁਹਾਨੂੰ ਇਸ ਨੋਟਿਸ ਦੇ ਰਿਗਾਰਡਿੰਗ ਕੋਈ ਵੀ ਕਨਫਿਊਜ਼ਨ ਹੈ ਤਾਂ ਤੁਸੀਂ ਪੁੱਛ ਸਕਦੇ ਹੋ, ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ। ਅਤੇ ਵੀਡੀਓ ਨੂੰ ਬਾਕੀ ਕੈਂਡੀਡੇਟਸ ਦੇ ਨਾਲ ਵੀ ਜ਼ਰੂਰ ਸ਼ੇਅਰ ਕਰਿਓ। ਅਤੇ ਜੀ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ। ਸੋ ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ ਫॉर ਵਾਚਿੰਗ।